ਦੋਸਤੋ ਆਪਣੀ ਜ਼ਿੰਦਗੀ ਦਾ ਦੂਜਾ ਨਾਮ ਹੀ ਮੁਸੀਬਤ ਆ। ਆਪਣੀ ਜ਼ਿੰਦਗੀ 'ਚ ਮੁਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਨੇ। ਕੋਈ ਇਹਨਾਂ ਮੁਸੀਬਤਾਂ ਤੋਂ ਹਾਰ ਮੰਨ ਲੈਂਦਾ ਹੈ ਤੇ ਕੋਈ ਇਸ ਦਾ ਡਟ ਕੇ ਸਾਹਮਣਾ ਕਰਦਾ ਹੈ। ਬਹੁਤ ਸਾਰੇ ਲੋਕ ਇਹਨਾਂ ਮੁਸੀਬਤਾਂ ਤੋਂ ਟੁੱਟ ਜਾਂਦੇ ਆ ਅਤੇ ਉਹਨਾਂ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਪੈਂਦੀ ਆ, ਜਿਸ ਕਾਰਨ ਉਹ ਇਹਨਾਂ ਮੁਸੀਬਤਾਂ ਦਾ ਬਿਨਾਂ ਕਿਸੇ ਡਰ ਤੋਂ ਸਾਹਮਣਾ ਕਰ ਸਕਣ। ਦੋਸਤੋ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮੋਟੀਵੇਸ਼ਨਲ ਸਟੋਰੀ ਸੁਣਾ ਰਿਹਾ, ਜਿਸ ਨੂੰ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਉਤਾਰਨਾ ਚਾਹੀਦਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਮੋਟੀਵੇਸ਼ਨਲ ਸਟੋਰੀ। ਇਹ ਆਪਣੀ ਜ਼ਿੰਦਗੀ ਸਮੇਂ ਦੇ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੀ ਹੋਈ ਆ। ਆਪਣੀ ਜ਼ਿੰਦਗੀ ਦੇ ਕਈ ਦਿਨ, ਕਈ ਘੰਟੇ, ਕਈ ਮਿੰਟ ਤੇ ਕਈ ਸਕਿੰਟ ਹੁੰਦੇ ਆ। ਕੁੱਲ ਮਿਲਾ ਕੇ ਹਰ ਇਨਸਾਨ ਕੋਲੇ 24 ਘੰਟੇ ਹੁੰਦੇ ਆ, ਪਰ ਕੁਝ ਲੋਕ ਇਸੇ ਟਾਈਮ ਦੇ ਵਿੱਚ ਆਪਣੇ ਉਸ ਮੁਕਾਮ ਨੂੰ ਹਾਸਿਲ ਕਰ ਲੈਂਦੇ ਆ ਜਿਸ ਮੁਕਾਮ ਨੂੰ ਹਾਸਿਲ ਕਰਨਾ ਉਹ ਚਾਹੁੰਦੇ ਆ। ਉਹ ਆਪਣੇ ਟਾਈਮ ਦਾ ਸਹੀ ਉਪਯੋਗ ਕਰਕੇ, ਆਪਣੇ ਟਾਈਮ ਨੂੰ ਵੇਸਟ ਨਾ ਕਰਕੇ, ਆਪਣੇ ਟਾਈਮ ਦਾ ਸਹੀ ਉਪਯੋਗ ਕਰਕੇ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਂਦੇ ਆ। ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਇਨਸਾਨ ਰਹਿੰਦਾ ਸੀ। ਉਸਦੇ ਘਰ ਵਿੱਚ ਉਸਦੀ ਪਤਨੀ, ਉਸਦੀ ਇੱਕ ਬੇਟੀ ਤੇ ਉਸਦਾ ਇੱਕ ਛੋਟਾ ਬੇਟਾ ਸੀ। ਉਸਦੀ ਪਤਨੀ ਦੂਜਿਆਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਖਰਚਾ ਚਲਾਉਂਦੀ ਸੀ। ਉਸਦਾ ਪਤੀ, ਜਿਸ ਦਾ ਨਾਮ ਸ਼ਾਮ ਸੀ, ਸ਼ਾਮ ਦਿਨ ਭਰ ਨਸ਼ੇ ਦੇ ਵਿੱਚ ਡੁੱਬਿਆ ਰਹਿੰਦਾ ਅਤੇ ਦੂਜਿਆਂ ਦੇ ਨਾਲ ਆਪਣਾ ਟਾਈਮ ਬਰਬਾਦ ਕਰਦਾ। ਕਦੇ ਇੱਧਰ ਤਾਸ਼ ਖੇਡਦਾ, ਕਦੇ ਉੱਧਰ ਲੋਕਾਂ ਦੇ ਦਰਵਾਜ਼ਿਆਂ ਤੇ ਬੈਠ ਕੇ ਗੱਪਾਂ ਮਾਰਦਾ ਅਤੇ ਉਸਨੂੰ ਆਪਣੇ ਪਰਿਵਾਰ ਦਾ ਖਿਆਲ ਬਿਲਕੁਲ ਵੀ ਨਹੀਂ ਸੀ। ਉਸਦੇ ਮਾਤਾ ਪਿਤਾ ਨੇ ਉਸਦਾ ਵਿਆਹ ਕਰਵਾ ਕੇ ਗਲਤੀ ਕਰ ਲਈ ਸੀ। ਵਿਚਾਰੀ ਉਸਦੀ ਪਤਨੀ ਦਿਨ ਰਾਤ ਕੰਮ ਕਰ ਕਰਕੇ ਆਪਣੇ ਬੱਚਿਆਂ ਦਾ ਢਿੱਡ ਪਾਲਦੀ ਸੀ। ਜੇਕਰ ਉਸਦੀ ਪਤਨੀ ਇੱਕ ਦਿਨ ਵੀ ਕੰਮ ਤੇ ਨਾ ਜਾਂਦੀ ਤਾਂ ਉਸਦੇ ਬੱਚੇ ਭੁੱਖੇ ਰਹਿ ਜਾਂਦੇ। ਇਸ ਲਈ ਉਸਦੀ ਪਤਨੀ ਹਰ ਰੋਜ਼ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਸੀ, ਪਰ ਸ਼ਾਮ ਨੂੰ ਇਹ ਸਭ ਗੱਲਾਂ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਉਸਨੇ ਬਸ ਆਪਣਾ ਸਮਾਂ ਬਰਬਾਦ ਕਰਕੇ ਹਾਸੀ ਮਜ਼ਾਕ ਤੇ ਪੱਤੇ ਖੇਲ ਕੇ ਹੀ ਦਿਨ ਟਪਾ ਦੇਣਾ ਸੀ। ਕਈ ਵਾਰ ਸ਼ਾਮ ਆਪਣੀ ਪਤਨੀ ਨੂੰ ਮਾਰਿਆ ਕਰਦਾ, ਪਰ ਉਸਦੀ ਪਤਨੀ ਕਰੇ ਵੀ ਤਾਂ ਕੀ, ਉਹ ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ। ਸ਼ਾਮ ਨੂੰ ਜੋ ਵੀ ਕੋਈ ਸਮਝਾਉਂਦਾ ਕਿ ਕੁਝ ਕੰਮ ਕਰ ਲਿਆ ਕਰ, ਪੈਸੇ ਕਮਾਇਆ ਕਰ, ਆਪਣੇ ਪਰਿਵਾਰ ਦਾ ਖਰਚਾ ਚੱਕਿਆ ਕਰ, ਤੇਰੇ 2 ਬੱਚੇ ਆ, ਤੇਰੀ ਪਤਨੀ ਆ, ਉਹਨਾਂ ਦੀ ਦੇਖਭਾਲ ਕਰਿਆ ਕਰ, ਇਹ ਤਾਂ ਸ਼ਾਮ ਉਸ ਨਾਲ ਲੜ ਪੈਂਦਾ ਕਿ ਮੇਰੀ ਜ਼ਿੰਦਗੀ ਹੈ, ਮੈਂ ਜੋ ਚਾਹੇ ਕਰਾਂ, ਮੈਂ ਕੀ ਤੁਹਾਡੇ ਘਰੋਂ ਖਾਣਾ ਹਾਂ। ਇਸੇ ਕਾਰਨ ਕੋਈ ਵੀ ਪਿੰਡ ਚੋਂ ਸ਼ਾਮ ਨੂੰ ਸਮਝਾਉਂਦਾ ਨਾ। ਉਹ ਸਵੇਰ ਰੋਟੀ ਖਾ ਕੇ ਨਿਕਲ ਜਾਂਦਾ ਅਤੇ ਰਾਤ ਨੂੰ ਸ਼ਰਾਬ ਪੀ ਕੇ ਹੀ ਘਰੇ ਆਉਂਦਾ ਸੀ ਅਤੇ ਆਪਣੀ ਪਤਨੀ ਦੇ ਉੱਤੇ ਗੁੱਸਾ ਕਰਦਾ ਸੀ। ਇਸ ਤਰ੍ਹਾਂ ਹੀ ਕੁਝ ਮਹੀਨਿਆਂ ਤੱਕ ਚੱਲਦਾ ਰਿਹਾ। ਕੁਝ ਦਿਨਾਂ ਬਾਅਦ ਸੰਸਾਰ ਦੇ ਉੱਤੇ ਇੱਕ ਅਜਿਹੀ ਬਿਮਾਰੀ ਨੇ ਜਨਮ ਲਿਆ ਜੋ ਮਾਨਵ ਜਾਤੀ ਦੇ ਲਈ ਬਹੁਤ ਖਤਰਨਾਕ ਸੀ। ਚਾਰੇ ਪਾਸੇ ਉਸ ਬਿਮਾਰੀ ਦਾ ਕਹਿਰ ਸੀ। ਤੁਸੀਂ ਸਭ ਜਾਣਦੇ ਹੋਵੋਗੇ, ਕਰੋਨਾ ਵਾਇਰਸ ਦੀ ਗੱਲ ਕਰ ਰਿਹਾ ਹਾਂ। ਉਸ ਦੌਰਾਨ ਸਰਕਾਰ ਦੁਆਰਾ ਲਾਕਡਾਊਨ ਲਗਾ ਦਿੱਤਾ ਗਿਆ। ਉਦੋਂ ਚਾਰੇ ਪਾਸੇ ਲੋਕਾਂ ਦਾ ਇੱਕ ਦੂਸਰੇ ਦੇ ਘਰੇ ਆਉਣਾ ਜਾਣਾ ਬੰਦ ਹੋ ਗਿਆ ਸੀ। ਸਾਰੇ ਕੰਮ, ਸਾਰੀਆਂ ਫੈਕਟਰੀਆਂ, ਸਾਰੀਆਂ ਗੱਡੀਆਂ ਆਦਿ ਬੰਦ ਹੋ ਗਏ ਸੀ। ਹੁਣ ਸ਼ਾਮ ਦਾ ਪਰਿਵਾਰ ਭੁੱਖਾ ਮਰਨ ਲੱਗਿਆ ਕਿਉਂਕਿ ਉਸਦੀ ਪਤਨੀ ਜੋ ਰੋਜ਼ ਕਮਾਉਣ ਜਾਂਦੀ ਸੀ, ਉਹ ਹੁਣ ਕਿਸੇ ਦੇ ਘਰ ਇਸੇ ਕਾਰਨ ਨਹੀਂ ਜਾ ਪਾਉਂਦੀ ਕਿ ਇਸ ਬਿਮਾਰੀ ਦੀ ਵਜ੍ਹਾ ਮੈਂ ਨਾ ਬਣ ਜਾਵਾਂ। ਲੋਕਾਂ ਨੇ ਉਸਨੂੰ ਹੁਣ ਕੰਮ ਤੇ ਬੁਲਾਉਣਾ ਬੰਦ ਕਰ ਦਿੱਤਾ ਸੀ। ਉਸਦੇ ਪਰਿਵਾਰ 'ਚ ਅਨਾਜ ਦਾ ਇੱਕ ਦਾਣਾ ਵੀ ਨਹੀਂ ਸੀ। ਉਸਦੇ ਘਰ 'ਚ ਕੁਝ ਪੈਸੇ ਵੀ ਨਹੀਂ ਸੀ। ਕੁਝ ਦਿਨਾਂ ਬਾਅਦ ਉਸਦਾ ਛੋਟਾ ਬੇਟਾ ਵੀ ਬਿਮਾਰ ਹੋ ਗਿਆ ਸੀ। ਉਸਦੇ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ। ਉਦੋਂ ਜਾ ਕੇ ਸ਼ਾਮ ਨੂੰ ਸਮਝ ਆਇਆ ਕਿ ਉਸਨੂੰ ਆਪਣੇ ਪਰਿਵਾਰ 'ਤੇ ਧਿਆਨ ਦੇਣਾ ਚਾਹੀਦਾ ਸੀ। ਉਸਨੇ ਆਪਣੇ ਬੱਚੇ ਨੂੰ ਹਸਪਤਾਲ ਲਿਜਾਣ ਦੀ ਸੋਚੀ, ਪਰ ਉਸਦੇ ਕੋਲ ਪੈਸੇ ਨਹੀਂ ਸੀ। ਉਸਨੇ ਪਿੰਡ ਵਾਲਿਆਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਪਹਿਲਾਂ ਸਾਡੇ ਕਹਿਣ ਦੇ ਉੱਤੇ ਤੂੰ ਸਾਡੇ ਨਾਲ ਝਗੜਦਾ ਸੀ ਜਦੋਂ ਅਸੀਂ ਤੈਨੂੰ ਕਹਿੰਦੇ ਸੀ ਕਿ ਕੰਮ ਕਰ ਲੈ, 4 ਪੈਸੇ ਜੋੜ ਲੈ। ਹੁਣ ਇਸ ਲਾਕਡਾਊਨ ਦੇ ਵਿੱਚ ਸਾਡੇ ਕੋਲ ਪੈਸੇ ਨਹੀਂ ਆ। ਉਸਨੂੰ ਸਾਰੇ ਪਿੰਡ ਵਾਲਿਆਂ ਨੇ ਇਹੀ ਕਹਿ ਕੇ ਵਾਪਿਸ ਮੋੜ ਦਿੱਤਾ। ਸ਼ਾਮ ਬਹੁਤ ਜ਼ਿਆਦਾ ਪਰੇਸ਼ਾਨ ਸੀ। ਹੁਣ ਕਰੇ ਤਾਂ ਕਰੇ ਕੀ, ਉਹ ਚਾਹ ਕਰ ਵੀ ਕੁਝ ਨਹੀਂ ਕਰ ਸਕਦਾ ਸੀ। ਇੱਕ ਪੂਰਾ ਦਿਨ ਬੀਤ ਗਿਆ। ਉਸਦੇ ਬੇਟੇ ਦੀ ਤਬੀਅਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਤਾਂ ਉਦੋਂ ਹੀ ਕਿਸੇ ਤਰ੍ਹਾਂ ਉਸਦੀ ਪਤਨੀ ਨੇ ਜਿੱਥੇ ਕੰਮ ਕਰਦੀ ਸੀ ਉੱਥੋਂ ਕੁਝ ਪੈਸੇ ਲੈ ਕੇ ਆਈ। ਹੁਣ ਸ਼ਾਮ ਨੇ ਆਪਣੇ ਬੱਚੇ ਨੂੰ ਹਸਪੀਟਲ ਲਿਜਾਣ ਦੀ ਤਿਆਰੀ ਕੀਤੀ। ਸ਼ਾਮ ਆਪਣੇ ਬੱਚੇ ਨੂੰ ਲੈ ਕੇ ਪਿੰਡ ਦੇ ਬਾਹਰ ਇੱਕ ਹਸਪੀਟਲ ਦੇ ਵਿੱਚ ਪਹੁੰਚਿਆ। ਸ਼ਾਮ ਦੌੜਦਾ ਹੋਇਆ ਡਾਕਟਰ ਦੇ ਕੋਲ ਗਿਆ। ਉਸਨੇ ਕਿਹਾ, ਡਾਕਟਰ ਸਾਹਿਬ ਮੇਰੇ ਬੱਚੇ ਨੂੰ ਬਚਾ ਲਓ। ਡਾਕਟਰ ਸਾਹਿਬ ਨੇ ਸਾਰੇ ਇੰਸਟਰੂਮੈਂਟ ਲਗਾ ਕੇ ਚੈੱਕਅਪ ਕੀਤਾ ਤਾਂ ਉਸਦਾ ਬੇਟਾ ਮਰ ਚੁੱਕਿਆ ਸੀ। ਡਾਕਟਰ ਨੇ ਸ਼ਾਮ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ 10-15 ਘੰਟੇ ਪਹਿਲਾਂ ਲੈ ਆਉਂਦੇ ਤਾਂ ਮੈਂ ਤੁਹਾਡੇ ਬੱਚੇ ਨੂੰ ਬਚਾ ਲੈਂਦਾ।
ਮੈਨੂੰ ਬਹੁਤ ਦੁਖੀ ਹੋ ਕੇ ਕਹਿਣਾ ਪੈ ਰਿਹਾ ਹੈ ਕਿ ਤੁਹਾਡੇ ਬੱਚੇ ਨੂੰ ਮੈਂ ਬਚਾ ਨਹੀਂ ਸਕਿਆ। ਡਾਕਟਰ ਦੀਆਂ ਗੱਲਾਂ ਸੁਣ ਕੇ ਸ਼ਾਮ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਉੱਚੀ ਉੱਚੀ ਰੋਣ ਲੱਗਿਆ। ਉਹ ਕਹਿਣ ਲੱਗਿਆ ਕਿ ਇਹ ਸਭ ਮੇਰੀ ਹੀ ਗਲਤੀ ਹੈ। ਮੈਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕੀਤਾ, ਸਿਰਫ ਆਪਣਾ ਟਾਈਮ ਬਰਬਾਦ ਕੀਤਾ ਹੈ। ਜੇਕਰ ਮੇਰੇ ਕੋਲ 4 ਪੈਸੇ ਹੁੰਦੇ ਤਾਂ ਅੱਜ ਮੈਂ ਆਪਣੇ ਬੱਚੇ ਨੂੰ ਹਸਪੀਟਲ ਜਲਦੀ ਲਿਆ ਪਾਉਂਦਾ ਅਤੇ ਬਚਾ ਸਕਦਾ ਸੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਬਹੁਤ ਬਰਬਾਦ ਕੀਤਾ ਹੈ, ਪਰ ਅੱਜ ਮੈਨੂੰ ਟਾਈਮ ਦੀ ਅਹਿਮੀਅਤ ਪਤਾ ਚੱਲੀ ਕਿ ਟਾਈਮ ਜੋ ਹੈ ਉਹ ਪੈਸਿਆਂ ਤੋਂ ਵੀ ਜ਼ਿਆਦਾ ਕੀਮਤੀ ਹੈ। ਤਾਂ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ, ਉਸ ਦਾ ਗਲਤ ਉਪਯੋਗ ਨਹੀਂ ਕਰਨਾ ਚਾਹੀਦਾ, ਉਸ ਦਾ ਸਹੀ ਉਪਯੋਗ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੀਦਾ ਹੈ। ਇਸ ਕਹਾਣੀ 'ਚ ਅਗਰ ਸ਼ਾਮ ਪਹਿਲਾਂ ਤੋਂ ਕੰਮ ਕਰਦਾ ਅਤੇ ਉਸਦੇ ਕੋਲ ਪੈਸੇ ਹੁੰਦੇ ਤਾਂ ਉਹ ਆਪਣੇ ਬੇਟੇ ਦਾ ਇਲਾਜ ਕਰਾ ਪਾਉਂਦਾ ਅਤੇ ਅੱਜ ਉਸਦਾ ਬੇਟਾ ਉਸਦੇ ਨਾਲ ਜਿਉਂਦਾ ਹੁੰਦਾ। ਦੋਸਤੋ, ਆਪਾਂ ਨੂੰ ਹਮੇਸ਼ਾ ਆਪਣੇ ਟਾਈਮ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ, ਟਾਈਮ ਦੀ ਕਦਰ ਕਰਨੀ ਚਾਹੀਦੀ ਹੈ।